26 ਨਵੰਬਰ ਨੂੰ ਪੰਜਾਬ ਤੋਂ ਤੇ ਹਰਿਆਣੇ ਤੋਂ ਚੱਲ ਕੇ ਅਸੀਂ ਦਿੱਲੀ ਪਹੁੰਚੇ ਤਾਂ ਸਾਡੇ ਸੰਘਰਸ਼ 'ਚ ਇੱਕ ਨਵੀਂ ਐਂਟਰੀ ਹੁੰਦੀ ਆ। ਉਹ ਨਵੀਂ ਐਂਟਰੀ ਆ ਉਸ ਸ਼ਖਸ ਦੀ ਜਿਹੜਾ ਸਰਕਾਰ ਦੀ ਗੱਡੀ 'ਚ ਬਹਿ ਕੇ, ਪੁਲਿਸ ਦੀ ਗੱਡੀ 'ਚ ਬਹਿ ਕੇ ਅਨਾਉਂਸਮੈਂਟ ਕਰਦਾ ਫਿਰਦਾ ਵੀ ਬਰਾੜੀ ਚੱਲੋ। ਔਰ ਉਹ ਸ਼ਖਸ ਸੀ ਯੋਗੇਂਦਰ ਯਾਦਵ। ਅੱਜ ਤੱਕ ਸਾਡੇ ਕਿਸਾਨ ਆਗੂ, ਸਾਡੀਆਂ ਯੂਨੀਅਨਸ ਜਿਹੜੇ ਬੜੇ ਸਤਿਕਾਰਯੋਗ ਆ, ਇਹ ਗੱਲ ਕਹਿੰਦੇ ਰਹੇ ਵੀ ਇੱਥੇ ਅਸੀਂ ਕਿਸੇ ਪੋਲੀਟੀਕਲ ਬੰਦੇ ਨੂੰ ਤੇ ਕਿਸੇ ਪੋਲੀਟੀਕਲ ਏਜੰਡੇ ਨੂੰ ਨਹੀਂ ਵਾੜਨਾ। ਹੁਣ ਯੋਗੇਂਦਰ ਯਾਦਵ ਕੋਈ ਕਿਸਾਨ ਆਗੂ ਤਾਂ ਨਹੀਂ ਆ, ਨਾ ਹੀ ਉਹਦੀ ਕੋਈ ਰਜਿਸਟਰਡ ਯੂਨੀਅਨ ਆ, ਉਹਦਾ ਇੱਕ ਪੋਲੀਟੀਕਲ ਬੰਦਾ। ਸੋ ਅੱਜ ਕਿਸਾਨ ਆਗੂ ਸਾਡੇ ਇਹ ਮੰਨ ਰਹੇ ਆ ਵੀ ਇਹ ਸਾਡਾ ਪ੍ਰੋਗਰਾਮ ਨਹੀਂ ਸੀ, ਇਹ ਤਾਂ ਸਾਡੇ ਤੋਂ ਰਖਵਾਇਆ ਗਿਆ। ਰਖਵਾਇਆ ਕਿਵੇਂ ਗਿਆ? योगेंद्र यादव ने सेंटर स्टेज बैठ के एक गल ऐलानी भी गणतंत्र के दिन किसान दिल्ली में अंदर जाके अपनी एक ट्रैक्टर रैली करेंगे। अगर किसान नहीं करेगा तो कौन करेगा? हम दिल्ली के अंदर जाएंगे। क्योंकि सरकार चाहती सी भी 26 जनवरी वाला प्रोग्राम रखा जाए और उस दिन जिहड़ा अपना तुसीं देख लो गणतंत्र दिवस आ, और गणतंत्र दिवस के दौरान उस दिन जे कोई भी गतिविधि इहो जी हुई जिन्हों असी देश की एकता ते अखंडता कह के इस गल नूं असी प्रचार सकते हैं भी किसानां ने देश की एकता ते अखंडता ते हमला किया। जिहड़ा पुलिस वालियां नाल जदों धरने ते हमला होया ते पुलिस वालियां नाल लड़ पिया, रंजीत ਦੇ ਹੱਕ 'ਚ ਤਾਂ ਗੱਲ ਕੀ ਕਹਿਣੀ ਸੀ। ਰਣਜੀਤ ਦੇ ਉਲਟ ਪੁਲਿਸ ਨਾਲ ਜਾ ਕੇ ਇਹ ਗੱਲ ਕੀਤੀ ਵੀ ਤੁਸੀਂ ਤਾਂ ਆਪਦਾ ਕੰਮ ਕਰ ਰਹੇ ਸੀ। ਉਹ ਬੰਦਾ ਜਿਹੜਾ ਤੁਹਾਡੇ ਨਾਲ ਲੜਿਆ ਉਹ ਤਾਂ ਸਾਡਾ ਬੰਦਾ ਹੀ ਨਹੀਂ ਸੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਆ ਉਹ ਬੜੀ ਗੰਭੀਰ ਵੀ ਆ ਤੇ ਇੱਕ ਸੂਖਮਤਾ ਨਾਲ ਸਮਝਣ ਵਾਲੀ ਗੱਲ ਵੀ ਆ। ਇਸ ਕਰਕੇ ਮੇਰੀ ਬੇਨਤੀ ਇਹ ਆ ਵੀ ਇਸ ਗੱਲ ਨੂੰ ਪਹਿਲਾਂ ਆਪਾਂ ਸੁਣੀਏ ਤੇ ਸਮਝੀਏ। ਗੱਲ ਬੜੀ ਜ਼ਰੂਰੀ ਆ। ਗੱਲ ਸਾਡੇ ਕਿਸਾਨੀ ਸੰਘਰਸ਼ ਦੀ ਆ, ਸਾਡਾ ਸਾਂਝਾ ਸੰਘਰਸ਼ ਆ, ਸਾਂਝੀ ਲੜਾਈ ਆ ਤੇ ਸਾਡੇ ਸਾਂਝੇ ਜਿਹੜੇ ਸਟੇਕਸ ਆ ਉਹ ਇਨਵੋਲਵਡ ਆ। ਜੇ ਕਿਤੇ ਰੱਬ ਨਾ ਕਰੇ ਅਸੀਂ ਇਸ ਸੰਘਰਸ਼ 'ਚ ਖਤਾ ਖਾ ਜਾਈਏ ਤਾਂ ਇਹਦੇ ਜਿਹੜੇ ਨਤੀਜੇ ਆ ਜਾਂ ਇੱਕ ਜਿਹੜੀ ਨਿਰਾਸ਼ਾ ਪੈਦਾ ਹੋਣੀ ਆ ਉਹ ਬੜੀ ਵੱਡੀ ਪੰਜਾਬ ਲਈ ਗੱਲ ਹੋਊਗੀ। ਸਾਨੂੰ ਬੜੀ ਵੱਡੀ ਸਮੱਸਿਆ ਪੈਦਾ ਕੀਤੀ ਜਾ ਸਕਦੀ ਆ। ਇਸ ਕਰਕੇ ਦਿਨ ਰਾਤ ਜਿਹੜਾ ਵੀ ਪੰਜਾਬ ਦਰਦੀ ਆ ਜਾਂ ਕਿਸਾਨ ਦਰਦੀ ਆ, ਚਾਹੇ ਹਰਿਆਣੇ ਤੋਂ ਹੋਵੇ, ਉਹ ਅਰਦਾਸਾਂ ਇਹ ਕਰਦਾ ਵੀ ਅਸੀਂ ਸੰਘਰਸ਼ ਨੂੰ ਜਿੱਤ ਕੇ ਆਈਏ। ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਨੂੰ ਜਿੱਤ ਬਖਸ਼ੇ। ਹੁਣ ਮੈਂ ਕੁਝ ਨੋਟਸ ਬਣਾਏ ਆ ਅੱਜ ਦੀ ਗੱਲਬਾਤ ਜਿਹੜੀ ਕਰਨੀ ਆ ਉਹਦੇ ਸੰਬੰਧੀ। ਗੱਲ ਇਹ ਆ ਵੀ ਇਸ ਸੰਘਰਸ਼ ਨੂੰ ਜਿੱਤਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਆ ਤੇ ਸਾਨੂੰ ਆਪਦੇ ਆਪ ਨੂੰ ਟਰਾਂਸੈਂਡ ਕਰ ਜਾਣਾ ਚਾਹੀਦਾ। ਜਿਹੜਾ ਸਾਡੇ ਅੰਦਰ ਕੋਈ ਗੁੱਸਾ ਪਿਆ ਜਾਂ ਨਫ਼ਰਤ ਪਈ ਆ, ਇੱਕ ਦੂਜੇ ਦੇ ਵਿਰੁੱਧ ਅਸੀਂ ਜਾ ਕੇ ਜੇ ਕੋਈ ਬਿਆਨ ਦਿੰਨੇ ਆ, ਉਹਨਾਂ ਹਰ ਬਿਆਨਾਂ ਤੋਂ ਉਸ ਤਰ੍ਹਾਂ ਦੀ ਭਾਵਨਾਵਾਂ ਤੋਂ ਟਰਾਂਸੈਂਡ ਕਰਕੇ ਸਾਨੂੰ ਸੰਘਰਸ਼ ਦੇ ਜਿੱਤ ਲਈ ਤੇ ਏਕੇ 'ਚ ਰਹਿ ਕੇ ਹਰ ਹੀਲਾ ਕਰਨਾ ਚਾਹੀਦਾ ਵੀ ਅਸੀਂ ਆਪਦਾ ਸੰਘਰਸ਼ ਜਿੱਤੀਏ। ਹੁਣ ਅੱਜ ਦੀ ਗੱਲਬਾਤ ਕਰਨ ਤੋਂ ਪਹਿਲਾਂ ਸਾਨੂੰ ਆਪਦਾ ਇੰਟੈਲੈਕਚੁਅਲ ਕੈਲੀਬਰ ਵੀ ਰਾਈਜ਼ ਕਰਨਾ ਪਊਗਾ। ਔਰ ਮੇਰੀ ਸਾਡੇ ਕਿਸਾਨ ਆਗੂਆਂ ਨੂੰ ਇੱਕ ਬੇਨਤੀ ਆ ਨਿਮਰਤਾ ਸਹਿਤ ਵੀ ਇਸ ਗੱਲ ਨੂੰ ਪਲੀਜ਼ ਸੁਣਿਓ, ਇਸ ਗੱਲ ਨੂੰ ਵਿਚਾਰਿਆ ਜਾਣਾ। ਤੁਹਾਡੇ ਤੱਕ ਇਹ ਗੱਲ ਪਹੁੰਚਣੀ ਤੇ ਸੰਗਤ 'ਚ ਇਹ ਗੱਲ ਪਹੁੰਚਣੀ ਬਹੁਤ ਜ਼ਿਆਦਾ ਜ਼ਰੂਰੀ ਆ। ਮੈਂ ਗੱਲ 26 ਨਵੰਬਰ ਤੋਂ ਸ਼ੁਰੂ ਕਰਦਾ। 26 ਨਵੰਬਰ ਨੂੰ ਪੰਜਾਬ ਤੋਂ ਤੇ ਹਰਿਆਣੇ ਤੋਂ ਚੱਲ ਕੇ ਅਸੀਂ ਦਿੱਲੀ ਪਹੁੰਚੇ
ਜਦੋਂ ਦਿੱਲੀ ਪਹੁੰਚੇ ਤਾਂ ਸਾਡੇ ਸੰਘਰਸ਼ 'ਚ ਇੱਕ ਨਵੀਂ ਐਂਟਰੀ ਹੁੰਦੀ ਆ। ਉਦੋਂ ਤੱਕ ਤਾਂ ਸਾਰੇ ਉਹ ਬੰਦੇ ਜਿਹੜੇ ਪੰਜਾਬ ਤੇ ਹਰਿਆਣੇ 'ਚ ਬੈਠੇ ਸੀ ਉਹ ਬੰਦੇ ਸੰਘਰਸ਼ ਦੇ ਵਿੱਚ ਜੁੜੇ ਹੋਏ ਆ। ਪਰ ਸੰਘਰਸ਼ 'ਚ 26 ਨਵੰਬਰ ਨੂੰ ਜਦੋਂ ਅਸੀਂ ਦਿੱਲੀ ਸਿੰਘੂ ਬਾਰਡਰ ਤੇ ਪਹੁੰਚਦੇ ਹਾਂ ਤਾਂ ਸੰਘਰਸ਼ 'ਚ ਇੱਕ ਨਵੀਂ ਐਂਟਰੀ ਹੁੰਦੀ ਆ। ਉਹ ਨਵੀਂ ਐਂਟਰੀ ਆ ਉਸ ਸ਼ਖਸ ਦੀ ਜਿਹੜਾ ਸਰਕਾਰ ਦੀ ਗੱਡੀ 'ਚ ਬਹਿ ਕੇ, ਪੁਲਿਸ ਦੀ ਗੱਡੀ 'ਚ ਬਹਿ ਕੇ ਅਨਾਉਂਸਮੈਂਟ ਕਰਦਾ ਫਿਰਦਾ ਵੀ ਬਰਾੜੀ ਚੱਲੋ, ਔਰ ਉਹ ਸ਼ਖਸ ਸੀ ਯੋਗੇਂਦਰ ਯਾਦਵ। ਹੁਣ ਉਹੀ ਬੋਲੀ ਯੋਗੇਂਦਰ ਯਾਦਵ ਬੋਲ ਰਹੇ ਆ ਜਿਹੜੀ ਬੋਲੀ ਅਮਿਤ ਸ਼ਾਹ ਬੋਲ ਰਹੇ ਆ। ਉਹਤੇ ਤੁਸੀਂ ਦੇਖੋ, ਮਤਲਬ ਸਰਕਾਰ ਦੀ ਭਾਸ਼ਾ ਬੋਲੀ ਜਾ ਰਹੀ ਆ। 26 ਨਵੰਬਰ ਨੂੰ ਸਾਡੇ ਮੁੰਡਿਆਂ ਨੇ ਉਹਨਾਂ ਨੂੰ ਉੱਥੋਂ ਲਾਂਭੇ ਕਰਤਾ। ਉਦੋਂ ਬਾਅਦ ਸੰਘਰਸ਼ ਦਾ ਇੱਕ ਪੂਰਾ ਆਪਾਂ ਅਧਿਐਨ ਕਰਨਾ ਇਸ ਸ਼ਖਸ ਦੇ ਸੰਦਰਭ 'ਚ। ਇਹਨਾਂ ਦੀਆਂ ਕੀਤੀਆਂ ਹੋਈਆਂ, ਇਹਨਾਂ ਦੀਆਂ ਜੋ ਰਣਨੀਤੀ ਇਹਨਾਂ ਨੇ ਤੈਅ ਕੀਤੀ, ਜਿਸ ਤਰ੍ਹਾਂ ਦੀ ਇਹਨਾਂ ਨੇ ਭਾਸ਼ਾ ਜਾਂ ਸਟੇਟਮੈਂਟਸ ਦਿੱਤੀਆਂ, ਜਿਸ ਤਰ੍ਹਾਂ ਦਾ ਇੱਕ ਬਿਰਤਾਂਤ ਰਚਣ ਦੀ ਕੋਸ਼ਿਸ਼ ਕੀਤੀ, ਇਹ ਸਾਰੀਆਂ ਗੱਲਾਂ ਨੂੰ ਸਮਝਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਆ। ਕਿਉਂਕਿ ਇਹ ਗੱਲ ਵੀ ਪੱਕੀ ਆ ਵੀ ਜਦੋਂ ਇਹੋ ਜਿਹੇ ਸੰਘਰਸ਼ ਉੱਠਦੇ ਆ, ਇਹੋ ਜਿਹੀਆਂ ਲਹਿਰਾਂ ਉੱਠਦੀਆਂ ਤਾਂ ਸਰਕਾਰ ਆਪਦੇ ਬੰਦੇ ਉਹਦੇ ਵਿੱਚ ਫਿੱਟ ਕਰਦੀ ਆ। ਸੋ ਇਹ ਬੰਦੇ ਫਿੱਟ ਕਿਵੇਂ ਕੀਤੇ ਜਾਂਦੇ ਆ? ਬੜੇ ਲੁਕਵੇਂ ਰੂਪ 'ਚ ਫਿੱਟ ਕੀਤੇ ਜਾਂਦੇ ਆ। ਇਹ ਸਿੱਧੇ ਰੂਪ 'ਚ ਆ ਕੇ ਸਾਨੂੰ ਨੰਗੇ ਚਿੱਟੇ ਨਹੀਂ ਦਿਖਦੇ। ਇਹ ਐਂ ਨਹੀਂ ਦਿਖਦੇ ਵੀ ਫਲਾਨਾ, ਜਿਵੇਂ ਮੈਂ ਸਨੀ ਦਿਓਲ ਬਾਈ ਦੀਆਂ ਇਲੈਕਸ਼ਨਾਂ ਲੜਨ ਵਾਸਤੇ ਆਇਆ ਸੀ, ਜਮਾਂ ਸਿੱਧੀ ਗੱਲ ਸੀ, ਸਾਰਿਆਂ ਦੇ ਸਾਹਮਣੇ ਸਪਸ਼ਟ ਗੱਲ ਸੀ, ਤੇ ਉਸ ਗੱਲ ਨੂੰ ਆਧਾਰ ਬਣਾ ਕੇ ਲੋਕਾਂ ਦੇ ਮਨਾਂ 'ਚ ਇੱਕ ਗੱਲ ਹੀ ਵਸਾ ਦਿੱਤੀ ਜਾਵੇ ਵੀ ਦੇਖੋ ਜੀ ਇਹ ਤਾਂ ਸਰਕਾਰ ਦਾ ਬੰਦਾ ਹੈ, ਬੀਜੇਪੀ ਦਾ ਬੰਦਾ। ਤੁਸੀਂ ਪੋਲੀਟਿਕਸ ਆ ਜਿਹੜੀ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਜਿਹੜੀ ਰਾਜਨੀਤੀ ਹੁੰਦੀ ਆ ਨਾ, ਉਹਨੂੰ ਬੜੀ ਸੂਖਮਤਾ ਨਾਲ ਦੇਖਿਆ ਜਾਣਾ ਚਾਹੀਦਾ। ਬੜੀ ਫਾਈਨ ਇੰਟੈਲੈਕਟ ਦੀ ਜ਼ਰੂਰਤ ਆ। ਰਾਜਨੀਤੀ ਕਦੇ ਵੀ ਸਾਹਮਣੇ ਨਹੀਂ ਚੱਲ ਰਹੀ ਹੁੰਦੀ। ਰਾਜਨੀਤੀ ਕੀ ਹੁੰਦੀ ਆ, ਜਾਂ ਜਿਸ ਤਰ੍ਹਾਂ ਦੀ ਰਾਜਨੀਤੀ ਬੀਜੇਪੀ ਸਰਕਾਰ ਕਰ ਰਹੀ ਆ, ਉਹ ਰਾਜਨੀਤੀ ਆ ਜਿਹੜੀ ਸਾਰੇ ਸਾਹਮਣੇ ਨਾ ਚੱਲ ਰਹੀ ਹੋਵੇ, ਪਰਦੇ ਦੇ ਪਿੱਛੇ ਕੀ ਚੱਲ ਰਿਹਾ, ਉਸ ਗੱਲ ਨੂੰ ਡੀਕੋਡੀਫਾਈ ਕਰਨਾ, ਉਸ ਗੱਲ ਨੂੰ ਸਮਝਣਾ ਸਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਆ। ਹੁਣ 26 ਨਵੰਬਰ ਨੂੰ ਸਾਡੇ ਸੰਘਰਸ਼ 'ਚ ਇੱਕ ਉਹੋ ਜਿਹੇ ਬੰਦੇ ਦੀ ਐਂਟਰੀ ਹੁੰਦੀ ਹੈ ਜਿਹੜਾ ਪੁਲਿਸ ਦੀ ਗੱਡੀ 'ਚ ਆ ਕੇ ਸਪੀਕਰਾਂ ਤੇ ਇਹ ਬੋਲ ਰਿਹਾ ਵੀ ਬਰਾੜੀ ਚੱਲੋ। ਅੱਛਾ, ਉਹ ਬੰਦਾ ਹੈ ਕੌਣ? ਅੱਜ ਤੱਕ ਸਾਡੇ ਕਿਸਾਨ ਆਗੂ, ਸਾਡੀਆਂ ਯੂਨੀਅਨਸ ਜਿਹੜੇ ਬੜੇ ਸਤਿਕਾਰਯੋਗ ਆ, ਇਹ ਗੱਲ ਕਹਿੰਦੇ ਰਹੇ ਵੀ ਇੱਥੇ ਅਸੀਂ ਕਿਸੇ ਪੋਲੀਟੀਕਲ ਬੰਦੇ ਨੂੰ ਤੇ ਕਿਸੇ ਪੋਲੀਟੀਕਲ ਏਜੰਡੇ ਨੂੰ ਨਹੀਂ ਵਾੜਨਾ। ਹੁਣ ਯੋਗੇਂਦਰ ਯਾਦਵ ਕੋਈ ਕਿਸਾਨ ਆਗੂ ਤਾਂ ਨਹੀਂ ਆ, ਨਾ ਹੀ ਉਹਦੀ ਕੋਈ ਰਜਿਸਟਰਡ ਯੂਨੀਅਨ ਆ। ਉਹਦਾ ਇੱਕ ਪੋਲੀਟੀਕਲ ਬੰਦਾ, ਉਹਦਾ ਪੋਲੀਟੀਕਲ ਏਜੰਡਾ ਤੇ ਆਪਦੀ ਪੋਲੀਟਿਕਸ ਐਡਵਾਂਸ ਕਰਨ ਖਾਤਰ ਉਹ ਕੁਝ ਵੀ ਕਰ ਸਕਦਾ। ਜੇ ਅਸੀਂ ਪੋਲੀਟੀਕਲ ਬੰਦੇ ਜਿਹੜੇ ਵੋਟਾਂ ਲੈਣ ਵਾਸਤੇ ਕੁਝ ਵੀ ਕਰ ਸਕਦੇ ਆ, ਉਹਨਾਂ ਨੂੰ ਹੀ ਵਾੜਨਾ ਸੀ, ਫਿਰ ਪੰਜਾਬ ਵਾਲੇ ਕਿਹੜਾ ਮਾੜੇ ਸੀ? ਉਹਦੇ ਕੋਲੇ ਕਿਹੜੀ ਗਿੱਦੜ ਸਿੰਘੀ ਆ ਵੀ ਸਾਨੂੰ ਸੰਘਰਸ਼ ਆ ਕੇ ਜਿਤਾ ਦੂਗਾ? ਫਿਰ ਉਹ ਬੰਦਾ ਸਿਰਫ ਇਹ ਗੱਲ ਦਾ, ਮੈਂ ਇਹ ਨਹੀਂ ਕਹਿ ਰਿਹਾ ਸਾਡੇ ਆਗੂ ਸਤਿਕਾਰ ਸਹਿਤ ਇਹ ਨਹੀਂ ਕਹਿ ਰਿਹਾ ਵੀ ਉਹ ਜਵਾਬ ਦੇਣ, ਇਹ ਗੱਲ ਵਿਚਾਰਨਯੋਗ ਆ। ਤੁਸੀਂ ਇਸ ਗੱਲ ਨੂੰ ਪਲੀਜ਼ ਸਮਝਿਓ ਤੇ ਵਿਚਾਰਿਓ। ਉਦੋਂ ਬਾਅਦ ਉਹੀ ਬੰਦਾ ਸਿਰਫ ਆ ਕੇ ਸਾਡੇ ਜਿਹੜੀ ਇੱਕ ਕਿਸਾਨ ਆਗੂਆਂ ਦੀ ਜਥੇਬੰਦੀ 32 ਸਾਡੇ ਕਿਸਾਨ ਆਗੂਆਂ ਦੀ ਇੱਕ ਸਾਂਝੀ ਜਥੇਬੰਦੀ ਉੱਥੇ ਬਣੀ ਹੋਈ ਆ, ਉਹਦਾ ਹਿੱਸਾ ਹੀ ਨਹੀਂ ਬਣਦਾ, ਪਰ ਕਿੰਗ ਪਿਨ ਬਣ ਜਾਂਦਾ। ਔਰ ਸਾਰੇ ਉਹ ਡਿਸੀਜਨ, ਇੰਪੋਰਟੈਂਟ ਡਿਸੀਜਨ, ਜਦੋਂ ਸੰਘਰਸ਼ ਦੇ ਸੰਦਰਭ 'ਚ ਸਾਡੀ ਰਣਨੀਤੀ ਕੀ ਹੋਵੇ, ਅਗਲਾ ਪ੍ਰੋਗਰਾਮ ਕੀ ਹੋਵੇ, ਲਏ ਜਾਂਦੇ ਆ। ਉਹਦੇ 'ਚ ਮੇਨ ਜਿਹੜੀ ਭੂਮਿਕਾ ਨਿਭਾਉਂਦਾ। ਹੁਣ ਇਸ ਗੱਲ ਨੂੰ ਜੇ ਅਸੀਂ ਵਿਚਾਰਦੇ ਆ ਵੀ ਉਹ ਬੰਦਾ ਨਾ ਤਾਂ ਕਿਸਾਨ ਆਗੂ ਆ, ਨਾ ਉਹਦੀ ਕੋਈ ਕਿਸਾਨ ਯੂਨੀਅਨ ਆ, ਔਰ ਉਹ ਬੰਦਾ ਆ ਕੇ ਸਾਡਾ ਕਿੰਗ ਪਿਨ ਬਣ ਗਿਆ। ਉਹ ਮੇਨ ਇੱਕ ਸੈਂਟਰ ਸਟੇਜ ਲੈ ਜਾਂਦਾ, ਸਾਡੇ ਆਗੂ ਉਹਦੇ ਸਾਹਮਣੇ ਬੈਠੇ ਹੁੰਦੇ ਆ ਤੇ ਉਹ ਕੁਰਸੀ ਤੇ ਬੈਠਾ ਹੁੰਦਾ। ਦੇਖੋ ਤੁਸੀਂ ਪੋਜੀਸ਼ਨਿੰਗ ਦੇਖੋ ਕਿਵੇਂ ਉਹਦੀ ਕੀਤੀ ਗਈ ਆ ਅੰਦਰ ਸਾਡੇ। ਫਿਰ ਸਿੱਧਾ ਮੈਂ ਆਉਣਾ ਉਹਨਾਂ ਸਟੇਟਮੈਂਟਸ ਤੇ ਜਿਹੜੀਆਂ ਉਹ ਵਾਰ-ਵਾਰ ਸੰਘਰਸ਼ ਦੇ ਦੌਰਾਨ ਦਿੰਦਾ ਗਿਆ। ਪੰਜਾਬ ਜਾਂ ਪੰਜਾਬ ਦੇ ਲੋਕਾਂ ਦੇ ਹੱਥ ਜਾਂ ਕਿਸਾਨੀ ਸੰਘਰਸ਼ ਦੇ ਹਿੱਤ 'ਚ ਕੋਈ ਵੀ ਸਟੇਟਮੈਂਟ ਨਹੀਂ ਸੀ। ਹਰ ਸਟੇਟਮੈਂਟ ਦੇ ਵਿੱਚ ਕੋਈ ਨਾ ਕੋਈ ਉਹਨੇ ਆਪਦਾ ਪੈਂਤੜਾ ਖੇਡਣਾ। ਔਰ ਸਿੱਧੀ ਗੱਲ ਕਰੀਏ, ਜੇ 26 ਜਨਵਰੀ ਵਾਲੀ ਜਿਹੜੀ ਪ੍ਰੈਸ ਕਾਨਫਰੰਸ ਹੋਈ, ਜਿੱਥੇ ਸਾਡੇ ਕਿਸਾਨ ਆਗੂਆਂ ਨੇ, ਹਾਲਾਂਕਿ ਇਹ ਗੱਲ ਸਾਡੇ ਲਈ ਵਾਚਣੀ ਤੇ ਸਮਝਣੀ ਬਹੁਤ ਜ਼ਰੂਰੀ ਆ, ਸਾਡੇ ਬੰਦੇ ਸਾਡੇ ਕਿਸਾਨ ਆਗੂਆਂ ਨੂੰ ਮਿਲ ਕੇ ਆਏ ਔਰ ਉਹਨਾਂ ਨੇ ਇਹ ਗੱਲ ਮੰਨੀ
ਵੀ ਸਾਡਾ 26 ਜਨਵਰੀ ਵਾਲਾ ਪ੍ਰੋਗਰਾਮ ਜਿਹੜਾ ਦਿੱਤਾ ਹੋਇਆ ਉਹ ਸਾਡਾ ਪ੍ਰੋਗਰਾਮ ਸੀ ਨਹੀਂ, ਉਹ ਕਿਸਾਨਾਂ ਦਾ ਪ੍ਰੋਗਰਾਮ ਨਹੀਂ ਸੀ, ਉਹ ਤਾਂ ਸਾਡੇ ਤੋਂ ਰਖਵਾਇਆ ਗਿਆ। ਫਿਰ ਰਖਵਾਇਆ ਕਿਹਨੇ ਗਿਆ? ਉਸੇ ਬੰਦੇ ਨੇ, ਉਸੇ ਸ਼ਖਸ ਨੇ ਜਿਹਨੇ 26 ਨਵੰਬਰ ਦੇ ਪ੍ਰੋਗਰਾਮ ਦੇਣ ਖਾਤਰ ਪ੍ਰੈਸ ਕਾਨਫਰੰਸ ਕੀਤੀ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਸੈਂਟਰ ਸਟੇਜ ਤੇ ਬੈਠਾ ਸੀ, ਮੀਡੀਆ ਨੂੰ ਸੰਬੋਧਨ ਹੀ ਉਹ ਕਰ ਰਿਹਾ ਸੀ। ਇਹਦਾ ਮਤਲਬ ਯੋਗੇਂਦਰ ਯਾਦਵ ਇਹ ਪ੍ਰੋਗਰਾਮ ਚਾਹੁੰਦਾ ਸੀ ਵੀ 26 ਜਨਵਰੀ ਵਾਲਾ ਪ੍ਰੋਗਰਾਮ ਰੱਖਿਆ ਜਾਵੇ, ਔਰ ਉਹਦੇ ਜਿਹੜੀਆਂ ਤਾਰਾਂ ਕਿੱਥੇ ਜੁੜੀਆਂ ਸੀ? ਤਾਰਾਂ ਜੁੜੀਆਂ ਸੀ ਸਰਕਾਰ ਨਾਲ, ਕਿਉਂਕਿ ਸਰਕਾਰ ਚਾਹੁੰਦੀ ਸੀ ਵੀ 26 ਜਨਵਰੀ ਵਾਲਾ ਪ੍ਰੋਗਰਾਮ ਰੱਖਿਆ ਜਾਵੇ। ਔਰ ਉਸ ਦਿਨ ਜਿਹੜਾ ਆਪਣਾ ਤੁਸੀਂ ਦੇਖ ਲਓ ਗਣਤੰਤਰ ਦਿਵਸ ਆ, ਔਰ ਗਣਤੰਤਰ ਦਿਵਸ ਦੇ ਦੌਰਾਨ ਉਸੇ ਦਿਨ ਜੇ ਕੋਈ ਵੀ ਗਤੀਵਿਧੀ ਇਹੋ ਜਿਹੀ ਹੋਈ ਜਿਹਨੂੰ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਕਹਿ ਕੇ ਇਸ ਗੱਲ ਨੂੰ ਅਸੀਂ ਪ੍ਰਚਾਰ ਸਕਦੇ ਹਾਂ ਵੀ ਕਿਸਾਨਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਤੇ ਹਮਲਾ ਕੀਤਾ, ਤੇ ਸਾਨੂੰ ਇਸ ਸੰਘਰਸ਼ ਨੂੰ ਦਬਾਉਣਾ ਬਹੁਤ ਸੌਖਾ ਹੋ ਜਾਊਗਾ। ਸੋ ਅੱਜ ਕਿਸਾਨ ਆਗੂ ਸਾਡੇ ਇਹ ਮੰਨ ਰਹੇ ਆ ਵੀ ਇਹ ਸਾਡਾ ਪ੍ਰੋਗਰਾਮ ਨਹੀਂ ਸੀ, ਇਹ ਤਾਂ ਸਾਡੇ ਤੋਂ ਰਖਵਾਇਆ ਗਿਆ। ਰਖਵਾਇਆ ਕਿਹਨੇ ਗਿਆ? योगेंद्र यादव ने सेंटर स्टेज 'ਚ बैठ के ये गल ऐलानी भी गणतंत्र के दिन किसान दिल्ली में अंदर जाके अपनी एक ट्रैक्टर रैली करेंगे। अगर किसान नहीं करेगा तो कौन करेगा? हम दिल्ली के अंदर जाएंगे। उदू बाद तुसीं ये वेखो ਜਿਹੜੀਆਂ ਪੁਲਿਸ ਨਾਲ ਦਿੱਲੀ ਪੁਲਿਸ ਨਾਲ ਮੀਟਿੰਗਸ ਹੋ ਰਹੀਆਂ ਸੀ, ਨੈਗੋਸ਼ੀਏਸ਼ਨ ਚੱਲ ਰਹੀਆਂ ਸੀ, ਉਹਦੇ 'ਚ ਵੀ ਯੋਗੇਂਦਰ ਯਾਦਵ ਸ਼ਾਮਲ ਸੀ। ਔਰ ਉੱਥੇ ਇਹ ਸਹਿਮਤੀ ਬਣਾਈ ਜਾ ਰਹੀ ਸੀ ਵੀ ਜਿਹੜਾ ਰਿੰਗ ਰੋਡ ਦੀ ਗੱਲ ਕੀਤੀ ਆ ਉਹ ਰਿੰਗ ਰੋਡ ਨਹੀਂ ਜਾਵਾਂਗੇ, ਕਿਸੇ ਹੋਰ ਰੂਟ ਤੇ ਤੁਹਾਨੂੰ ਜਾਣ ਨੂੰ ਕਿਹਾ ਜਾਊਗਾ। ਤੇ ਯੋਗੇਂਦਰ ਯਾਦਵ ਨੂੰ ਇਸ ਗੱਲ ਦੀ ਜਾਣਕਾਰੀ ਸੀ ਵੀ ਰੂਟ ਕੋਈ ਹੋਰ ਹੋਊਗਾ, ਪਰ ਯੋਗੇਂਦਰ ਯਾਦਵ ਨੇ 24 ਤਰੀਕ ਤਾਈਂ 25 ਤਰੀਕ ਤਾਈਂ ਆਪਦੇ ਪੱਤੇ ਹੀ ਨਹੀਂ ਖੋਲ੍ਹੇ। ਕਿਉਂ ਨਹੀਂ ਖੋਲ੍ਹੇ? ਔਰ ਉਹਨੂੰ ਪਤਾ ਸੀ ਇਸ ਗੱਲ ਦਾ, ਇਸ ਮਾਨਸਿਕਤਾ ਦਾ ਪਤਾ ਸੀ ਵੀ ਜੇ ਲਾਸਟ ਟਾਈਮ ਜਾ ਕੇ ਅਸੀਂ ਇਹ ਜਿਹੜੀ ਗੱਲ ਸੰਗਤ ਦੇ ਸਾਹਮਣੇ ਲਿਆਵਾਂਗੇ ਵੀ ਅਸੀਂ ਜਿਹੜੇ ਰੂਟ ਤੇ ਜਾ ਰਹੇ ਹਾਂ ਉਹ ਕੋਈ ਹੋਰ ਰੂਟ ਆ, ਉਹ ਰਿੰਗ ਰੋਡ ਨਹੀਂ ਆ। ਉਦੋਂ ਤੱਕ ਉਸ ਬੰਦੇ ਨੇ ਜਾਣਦੇ ਹੋਏ ਵੀ ਇਹ ਗੱਲ ਕਹਿੰਦਾ ਰਿਹਾ ਵੀ गणतंत्र के दिवस किसान दिल्ली में जाके परेड करेगा। और 25 ਤਰੀਕ ਨੂੰ ਆ ਕੇ ਕਿਸਾਨ ਜਥੇਬੰਦੀਆਂ ਨੂੰ ਜਦੋਂ ਇਹੋ ਜੀ ਕੋਈ ਗੱਲ ਕਰਨੀ ਹੋਵੇ ਸਾਡੇ ਆਗੂਆਂ ਨੂੰ ਅੱਗੇ ਕਰ ਦਿੰਦਾ ਸੀ। ਸੋ ਇਹ ਕੋਈ ਸਾਡਾ ਕਿਸਾਨ ਯੂਨੀਅਨ ਦਾ ਆਗੂ ਗੱਲ ਨਹੀਂ ਕਰ ਸਕਦਾ ਜਾਂ ਇਹੋ ਜੀ ਸਟ੍ਰੈਟਜੀ ਨਹੀਂ ਬਣਾ ਸਕਦਾ। ਇਹੋ ਜੀ ਸਟ੍ਰੈਟਜੀ ਕੋਈ ਸਟ੍ਰੈਟਜਿਸਟ ਬਣਾ ਸਕਦਾ ਹੁੰਦਾ ਤੇ ਯੋਗੇਂਦਰ ਯਾਦਵ ਉਹੀ ਸਟ੍ਰੈਟਜਿਸਟ ਆ। ਹਮੇਸ਼ਾ ਉਹਨੇ ਅੱਜ ਤੱਕ ਪੰਜਾਬ ਵਿਰੋਧੀ ਸਟੈਂਡ ਲਿਆ, ਹਮੇਸ਼ਾ ਉਹਨੇ ਅੱਜ ਤੱਕ ਤੁਸੀਂ ਇਹ ਵੇਖ ਲਓ ਆਪਦੀਆਂ ਵੋਟਾਂ ਨੂੰ ਜਾਂ ਆਪਦੀ ਪੋਲੀਟਿਕਸ ਨੂੰ ਮੂਹਰੇ ਰੱਖ ਕੇ ਫੈਸਲੇ ਲਏ ਆ। ਉਹਦੀ ਪੋਲੀਟਿਕਸ ਐਡਵਾਂਸ ਕਰਨਾ ਉਹਦਾ ਮੇਨ ਮਕਸਦ ਹੁੰਦਾ। ਫਿਰ ਸਾਡਾ ਪ੍ਰੋਗਰਾਮ ਰਖਵਾ ਜਾਂਦਾ। ਉਸ ਤੋਂ ਬਾਅਦ ਇਹ ਗੱਲ ਕਿੱਥੇ ਜਾ ਕੇ ਡਿਕਲੇਅਰ ਹੁੰਦੀ ਆ ਵੀ ਅਸੀਂ ਰਿੰਗ ਰੋਡ ਨਹੀਂ, ਅਸੀਂ ਤਾਂ ਜੀ ਹੋਰ ਪਾਸੇ ਜਾਵਾਂਗੇ। ਜਦੋਂ ਸਾਡੇ ਨਵਦੀਪ ਨੇ ਪੱਤਰਕਾਰ ਨੇ ਤੱਥਾਂ ਸਹਿਤ ਸਬੂਤਾਂ ਸਹਿਤ ਇਹ ਗੱਲ ਕਹੀ ਵੀ ਦੂਜੇ ਰੂਟ ਤੇ ਤਾਂ ਪੈਟਰੋਲ ਬੰਬ ਐਸਿਡ ਬੰਬ ਲੈ ਕੇ ਬੈਠੇ ਸੀ ਅਗਲੇ, ਉਸ ਗੱਲ ਤੇ ਯੋਗੇਂਦਰ ਯਾਦਵ ਦੀ ਸਾਇਲੈਂਸ, ਅੱਜ ਤੱਕ ਇੱਕ ਲਫ਼ਜ਼ ਨਹੀਂ ਬੋਲਿਆ ਉਸ ਗੱਲ ਲਈ। ਫਿਰ ਅਗਲੀ ਗੱਲ ਦੇਖ ਲਓ ਤੁਸੀਂ, ਦੂਜੇ ਰੂਟ ਤੇ ਸਾਨੂੰ ਲਿਜਾਣਾ ਸਰਕਾਰ ਦਾ ਇੱਕ ਟਰੈਪ ਸੀ। ਦੇਸ਼ ਦੀ ਏਕਤਾ ਤੇ ਅਖੰਡਤਾ ਤੇ ਉਹਨਾਂ ਨੇ ਇੱਕ ਇਸ਼ੂ ਬਣਾਉਣਾ ਸੀ। ਯੋਗੇਂਦਰ ਯਾਦਵ ਨੇ ਮੋਢੀ ਤੇ ਮੋਹਰੀ ਭੂਮਿਕਾ ਨਿਭਾਈ ਆ ਉਸ ਟਰੈਪ ਦੇ ਵਿੱਚ, ਸਾਨੂੰ ਉਸ ਟਰੈਪ 'ਚ ਫਸਾਉਣ ਖਾਤਰ। ਤੇ ਉਹਨਾਂ ਨੇ ਟੂਲ ਕਿਹਨੂੰ ਬਣਾਇਆ? ਟੂਲ ਬਣਾਇਆ ਸਾਡੇ ਜਥੇਬੰਦੀਆਂ ਦੇ ਆਗੂਆਂ ਨੂੰ, ਕਿਉਂਕਿ ਉਹ ਵਾਕਈ ਸਾਡੇ ਜਥੇਬੰਦੀਆਂ ਦੇ ਆਗੂ ਇਮਾਨਦਾਰ ਆ, ਇਮਾਨਦਾਰੀ ਨਾਲ ਸੰਘਰਸ਼ ਲੜ ਰਹੇ ਆ। ਤੇ ਉਹਨਾਂ ਨੇ ਇੱਕ ਬੰਦੇ ਤੇ ਭਰੋਸਾ ਕੀਤਾ। ਉਸ ਬੰਦੇ ਨੇ ਜਿਵੇਂ ਪਿੱਠ 'ਚ ਨਹੀਂ ਛੁਰਾ ਆਪਾਂ ਐ ਘੋਪਦੇ ਹੁੰਦੇ, ਉਹ ਗੱਲ ਕੀਤੀ ਆ ਸਾਡੇ ਨਾਲ। ਉਸ ਤੋਂ ਬਾਅਦ ਸਾਡਾ ਰਣਜੀਤ ਜਿਹੜਾ ਪੁਲਿਸ ਵਾਲਿਆਂ ਨਾਲ ਜਦੋਂ ਧਰਨੇ ਤੇ ਹਮਲਾ ਹੋਇਆ ਤੇ ਪੁਲਿਸ ਵਾਲਿਆਂ ਨਾਲ ਲੜ ਪਿਆ, ਰਣਜੀਤ ਦੇ ਹੱਕ 'ਚ ਤਾਂ ਗੱਲ ਕੀ ਕਹਿਣੀ ਸੀ, ਰਣਜੀਤ ਦੇ ਉਲਟ ਪੁਲਿਸ ਨਾਲ ਜਾ ਕੇ ਇਹ ਗੱਲ ਕੀਤੀ ਵੀ ਤੁਸੀਂ ਤਾਂ ਆਪਦਾ ਕੰਮ ਕਰ ਰਹੇ ਸੀ, ਉਹ ਬੰਦਾ ਜਿਹੜਾ ਤੁਹਾਡੇ ਨਾਲ ਲੜਿਆ ਉਹ ਤਾਂ ਸਾਡਾ ਬੰਦਾ ਹੀ ਨਹੀਂ ਸੀ। ਸੋ ਵੇਖ ਲਓ, ਜਦੋਂ ਇਹ ਬੰਦੇ ਸਟੇਟਮੈਂਟਸ ਦਿੰਦੇ ਆ ਤੇ ਅਸੀਂ ਹਜੇ ਤੱਕ ਇਹਨਾਂ ਗੱਲਾਂ ਨੂੰ ਸੰਗਤ ਦੇ ਸਾਹਮਣੇ ਨਾ ਲੈ ਕੇ ਆਈਏ। ਅਗਲੀ ਗੱਲ, ਇਹ ਗੱਲ ਜਿਹੜੀ ਹੈ ਨਾ ਹੁਣ ਆਪਾਂ ਕਿਉਂ ਕਰ ਰਹੇ ਹਾਂ 26 ਤਰੀਕ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ, ਹਾਲਾਂਕਿ ਅਸੀਂ ਕਦੇ ਵੀ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਖਿਲਾਫ ਹੋ ਹੀ ਨਹੀਂ ਸਕਦੇ, ਅਸੀਂ ਹਿੰਸਕ ਹੋ ਹੀ ਨਹੀਂ ਸਕਦੇ, ਅਸੀਂ ਪੀਸਫੁਲ ਸੀ,
ਜਾਬਤੇ 'ਚ ਰਹਿ ਕੇ ਅਸੀਂ ਇੱਕ ਸੰਘਰਸ਼ ਲੜਿਆ ਔਰ ਉੱਥੇ ਜੋ ਗੱਲ ਹੋਈ ਆ ਉੱਥੇ ਸੰਗਤ ਰੂਪੀ ਗੱਲ ਹੋਈ ਆ। ਨਾ ਦੀਪ ਸਿੱਧੂ ਦਾ ਉਹਦੇ 'ਚ ਕੋਈ ਯੋਗਦਾਨ ਸੀ, ਨਾ ਲੱਖੇ ਦਾ ਯੋਗਦਾਨ ਸੀ। ਉਹ ਤਾਂ ਵਿਚਾਰੇ ਆਪਦੇ ਹਿਸਾਬ ਨਾਲ ਜਿੰਨਾ ਕੁ ਅਸੀਂ ਕਰ ਸਕਦੇ ਸੀ ਸੰਘਰਸ਼ 'ਚ ਅਸੀਂ ਆਪਦਾ ਯੋਗਦਾਨ ਪਾਇਆ। ਪਰ ਸੌਫਟ ਟਾਰਗੇਟ ਹਮੇਸ਼ਾ ਇਹੋ ਜਿਹੇ ਜਦੋਂ ਵਰਤਾਰੇ ਵਾਪਰਦੇ ਆ, ਇੱਕ ਮਿੰਟ ਟਰੈਕਟਰ ਲੰਘ ਜਾਣ ਦੀਏ, ਇਹੋ ਜਿਹੇ ਜਦੋਂ ਵਰਤਾਰੇ ਵਾਪਰਦੇ ਆ ਤਾਂ ਸੌਫਟ ਟਾਰਗੇਟ ਉਦੋਂ ਬੰਦਿਆਂ ਨੂੰ ਉਹਨਾਂ ਨੂੰ ਬਣਾਇਆ ਜਾਂਦਾ ਜਿਨ੍ਹਾਂ ਦਾ ਪਿਛੋਕੜ ਜਨਤਾ ਦੇ ਸਾਹਮਣੇ ਇਸ ਤਰ੍ਹਾਂ ਲਿਆ ਦਿੱਤਾ ਜਾਵੇ ਵੀ ਦੇਖੋ ਲੱਖੇ ਦਾ ਪਿਛੋਕੜ ਵੀ ਆਪਦੇ ਹਿਸਾਬ ਨਾਲ ਉਹਦਾ ਪਾਸਟ ਇੱਕ ਵਿਵਾਦ ਉਹਦੇ ਨਾਲ ਜੁੜਿਆ ਹੋਇਆ ਤੇ ਇਹ ਇਸ ਕਰਕੇ ਗਦਾਰ ਆ, ਇਹਨੇ ਵੀ ਲੋਕਾਂ ਨੂੰ ਭੜਕਾਇਆ। ਤੇ ਦੀਪ ਸਿੱਧੂ ਤਾਂ ਬੀਜੇਪੀ ਦੀ ਇਲੈਕਸ਼ਨ ਲੜ ਕੇ ਗਿਆ, ਹਾਲਾਂਕਿ ਬੀਜੇਪੀ ਨਾਲ ਮੇਰਾ ਜ਼ਿੰਦਗੀ ਭਰ ਕੋਈ ਸੰਬੰਧ ਨਹੀਂ ਰਿਹਾ, ਉਸ ਇਲੈਕਸ਼ਨ ਦੇ ਦੌਰਾਨ ਵੀ ਕੋਈ ਸੰਬੰਧ ਨਹੀਂ ਸੀ ਔਰ ਉਹੀ ਫੋਟੋਆਂ ਦਿਖਾ ਹੋਰ ਕੋਈ ਆਧਾਰ ਹੀ ਨਹੀਂ ਆ। ਲੈ ਮੈਂ ਅੱਜ ਕਹਿੰਦਾ ਤੁਸੀਂ ਪ੍ਰੂਵ ਕਰ ਦਿਓ ਤੇ ਮੈਂ ਪੰਜਾਬ ਦੀ ਧਰਤੀ ਛੱਡ ਜੂੰਗਾ, ਮੁੜ ਕੇ ਕਦੇ ਮੁੜੂੰਗਾ ਨਹੀਂ। ਪਰ ਕਿਸੇ ਕੋਲੇ ਕੋਈ ਆਧਾਰ ਨਹੀਂ ਆ, ਕੋਈ ਤੱਥ ਨਹੀਂ ਆ, ਇੱਕ ਸਿਰਫ ਉਹ ਫੋਟੋਆਂ ਸਨੀ ਦਿਓਲ ਦੇ ਇਲੈਕਸ਼ਨ ਵਾਲੀਆਂ ਦਿਖਾ ਕੇ। ਸੋ ਉਹ ਫੋਟੋਆਂ ਦਿਖਾ ਕੇ ਕਿਵੇਂ ਸਾਡੀ ਜਨਤਾ ਨੂੰ ਕਿਵੇਂ ਮੂਰਖ ਬਣਾਉਂਦੇ ਆ, ਕਿਵੇਂ ਉਹਨਾਂ ਨੂੰ ਆਪਦੀ ਮਾਨਸਿਕਤਾ ਤੇ ਉਹ ਸੋਸ਼ਲ ਟੈਰਰ ਪੈਦਾ ਕਰਦੇ ਆ ਵੀ ਬਹੁਤ ਕੁਝ ਗਲਤ ਹੋ ਗਿਆ। ਇਹ ਤਾਂ ਦੇਖੋ ਦੇਸ਼ ਦੀ ਏਕਤਾ ਤੇ ਅਖੰਡਤਾ ਤੇ ਗੱਲ ਆ ਗਈ। ਹਾਲਾਂਕਿ ਕਿਸਾਨਾਂ ਵੱਲੋਂ ਜੋ ਉੱਥੇ ਸਾਡੇ ਸੰਘਰਸ਼ੀ ਬੰਦੇ ਗਏ ਸੀ ਉਹਨਾਂ ਵੱਲੋਂ ਕੋਈ ਹਿੰਸਾ ਨਹੀਂ ਕਿਸੇ ਨੇ ਭੜਕਾਈ, ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੋਈ। ਜੋ ਉੱਥੇ 10-12 ਮਿੰਟ ਉੱਥੇ ਮਾਰਕੁੱਟ ਹੋਈ ਆ, ਉਹ ਪਹਿਲਾਂ ਪੁਲਿਸ ਨੇ ਲਾਠੀ ਚਾਰਜ ਸ਼ੁਰੂ ਕੀਤਾ, ਸਾਡੇ ਬੰਦਿਆਂ ਨੇ ਉਲਟਾ ਪੁਲਿਸ ਵਾਲੇ ਜਦੋਂ ਨਿਹੰਗ ਸਿੰਘ ਉਹਨਾਂ ਦੇ ਡੈਫੀਨਿਟਲੀ ਰਿਟੈਲੀਏਟ ਕੀਤਾ ਨਿਹੰਗ ਸਿੰਘਾਂ ਨੇ, ਤੇ ਉਸ ਟਾਈਮ ਜਦੋਂ ਪੁਲਿਸ ਵਾਲੇ ਸਾਡੇ ਛਾਲਾਂ ਵੀ ਮਾਰ ਰਹੇ ਸੀ ਸਾਡੇ ਬੰਦਿਆਂ ਨੇ ਉੱਤੇ ਲਿਟ ਬਚਾਏ ਆ। ਸੋ ਅਸੀਂ ਤਾਂ ਹਿੰਸਕ ਹੈ ਹੀ ਨਹੀਂ ਸੀ ਔਰ ਨਾ ਕੋਈ ਇਹ ਪ੍ਰੀ ਪਲਾਨਡ ਗੱਲ ਸੀ, ਨਾ ਕੋਈ ਇਹਦੇ 'ਚ ਇੱਕ ਦੂਜੇ ਨੂੰ ਕੋਈ ਇਹ ਮਿੱਥ ਕੇ ਗਿਆ ਸੀ ਵੀ ਚੱਲੀਏ। ਇਹ ਤਾਂ ਗੱਲ ਉੱਥੇ ਚਾਣਚੱਕ ਹੋਈ ਆ ਔਰ ਚਾਣਚੱਕ ਅੱਜ ਤੱਕ ਇਹ ਤਾਂ ਤੱਥਾਂ ਦੇ ਤੇ ਸਬੂਤਾਂ ਤੇ ਆਧਾਰ ਤੇ ਸਾਹਮਣੇ ਆ ਚੁੱਕੀਆਂ ਗੱਲਾਂ। ਦੀਪ ਸਿੱਧੂ ਦੀ ਬੇਲ ਆ ਜਿਹੜੀ ਉਹ 9ਵੀਂ ਜਾਂ 10ਵੀਂ ਬੇਲ ਹੁੰਦੀ ਆ, ਉਦੋਂ ਪਹਿਲਾਂ 9 ਬੇਲਾਂ ਹੋ ਜਾਂਦੀਆਂ। ਦੱਸੋ ਵੀ ਦੀਪ ਸਿੱਧੂ ਦੇ ਖਿਲਾਫ ਅੱਜ ਪੁਲਿਸ ਕੋਲੇ ਵੀ ਕੁਝ ਨਹੀਂ ਆ, ਸਰਕਾਰ ਕੋਲੇ ਵੀ ਕੁਝ ਨਹੀਂ ਆ। ਇੰਨੀ ਨੇਰਗਰਦੀ ਤਾਂ ਨਹੀਂ ਹੈ ਨਾ ਵੀ ਕੁਝ ਕ੍ਰੀਏਟ ਕਰ ਦੇਣਗੇ। ਕੁਝ ਗਲਤ ਨਹੀਂ ਕੀਤਾ, ਪਰ ਦੋ ਬੰਦੇ, ਦੋ ਸੌਫਟ ਟਾਰਗੇਟ ਲੱਭੇ ਗਏ, ਇੱਕ ਲੱਖਾ ਤੇ ਇੱਕ ਮੈਂ, ਦੋਨਾਂ ਤੇ ਸਭ ਕੁਝ ਥੋਪਿਆ ਗਿਆ। ਪਰ ਐਕਚੁਅਲੀ ਪਲਾਂਟਡ ਬੰਦਾ ਕੌਣ ਆ? ਔਰ ਸਾਡੀਆਂ ਜਥੇਬੰਦੀਆਂ ਨੂੰ, ਸਾਡੇ ਕਿਸਾਨ ਆਗੂਆਂ ਨੂੰ ਮੈਂ ਬੇਨਤੀ ਕਰਦਾ ਇਸ ਗੱਲ ਨੂੰ ਸਮਝਿਓ, ਪਲਾਂਟਡ ਬੰਦਾ ਕੌਣ ਆ। ਅੱਜ ਤੁਹਾਡੇ ਨਾਲ ਗੱਲ ਹੋ ਗਈ ਆ, ਇਸ ਤੋਂ ਬਾਅਦ ਤਾਂ ਮੇਰੇ ਕੋਈ ਸ਼ਬਦ ਬੋਲਣੇ ਕੋਈ ਬਾਹਲੇ ਮਾਇਨੇ ਨਹੀਂ ਰੱਖਦੇ। ਸਾਨੂੰ ਆਪਸ ਵਿੱਚ ਲੜ ਕੇ, ਆਪਸ ਇੱਕ ਦੂਜੇ ਦੇ ਵਿਰੁੱਧ ਬਿਆਨ ਦੇ ਕੇ ਇਹ ਸਾਡਾ ਫੋਕਸ ਪੁਆਇੰਟ ਲੂਜ਼ ਕਰਾਉਣਾ ਚਾਹੁੰਦੇ ਆ। ਸਰਕਾਰਾਂ ਚਾਹੁੰਦੀਆਂ ਸਾਡਾ ਇੱਕਾ ਨਾ ਬਣੇ। ਮੈਂ ਕਿਸਾਨ ਜਥੇਬੰਦੀਆਂ ਨੂੰ ਤੇ ਸਾਡੇ ਆਗੂਆਂ ਨੂੰ ਇਹ ਬੇਨਤੀ ਕਰਦਾ ਵੀ ਏਕੇ 'ਚ ਰਹਿ ਕੇ ਚੱਲੀਏ। ਫਿਰ ਉਹੀ ਸੰਘਰਸ਼ ਦੇ ਵਿੱਚ ਇੱਕ ਵਾਰੀ ਤੁਸੀਂ ਵੇਖਿਓ ਕਿਵੇਂ ਹੌਸਲਾ ਤੇ ਉਹੀ ਹਿੰਮਤ ਆ ਜਾਣੀ ਆ। ਉੱਥੇ ਉਹੀ ਜਿਹੜਾ ਇੱਕ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਪ੍ਰਮਾਤਮਾ ਦੀ ਇੱਕ ਜਿਹੜੀ ਵਾਸ ਸੀ ਉਹ ਵਸਣਾ। ਤੁਸੀਂ ਸਾਰੀਆਂ ਗੱਲਾਂ ਨੂੰ ਸਮਝਦੇ ਹੋਏ ਗੱਲਾਂ ਨੂੰ ਵਿਚਾਰਿਓ ਜ਼ਰੂਰ। ਇਹਨਾਂ ਗੱਲਾਂ ਨੂੰ ਸੰਗਤ 'ਚ ਤੇ ਤੁਹਾਡੇ 'ਚ ਲੈ ਕੇ ਜਾਣਾ ਬਹੁਤ ਜ਼ਰੂਰੀ ਸੀ। ਮੈਂ ਤੁਹਾਡਾ ਸੋਲਜਰ ਹਾਂ, ਹਮੇਸ਼ਾ ਹੀ ਰਹਾਂਗਾ। ਔਰ ਜੇ ਕਿਤੇ ਕੋਈ ਖਤਾ ਹੋਈ ਹੋਵੇ ਉਹਦੇ ਲਈ ਤੁਸੀਂ ਮੈਨੂੰ ਝਿੜਕ ਸਕਦੇ ਹੋ, ਕੁਝ ਵੀ ਇਹ ਗੱਲਾਂ ਸਾਹਮਣੇ ਬਿਠਾ ਕੇ ਕਰ ਸਕਦੇ ਹੋ। ਪਰ ਹੁਣ ਅਸੀਂ ਇੰਨੇ ਨਿਰਦਈ ਤੇ ਇੰਨੇ ਆਪਾਂ ਉਹ ਕਹਿ ਲਓ ਵੀ ਅਕ੍ਰਿਤਿਕ ਨਾ ਬਣੀਏ ਸਾਡੇ ਲੋਕਾਂ ਪ੍ਰਤੀ ਤੇ ਸਾਡੀ ਧਰਤੀ ਪ੍ਰਤੀ, ਕਿਉਂਕਿ ਜਿਹੜੇ ਲੋਕ ਉੱਥੇ ਬੈਠੇ ਆ, ਜਿਹੜੇ ਪਿੰਡਾਂ 'ਚ ਬੈਠੇ ਆ, ਇਹ ਤਾਂ ਉਹਨਾਂ ਦਾ ਸੰਘਰਸ਼ ਆ, ਉਹਨਾਂ ਦੀ ਤਪੱਸਿਆ। ਅਸੀਂ ਆਪਸ 'ਚ ਕੋਈ ਨਫ਼ਰਤ ਜਾਂ ਗੁੱਸਾ ਰੱਖ ਕੇ ਇਸ ਸੰਘਰਸ਼ ਨੂੰ ਕਿਸੇ ਹੋਰ ਪਾਸੇ ਨਾ ਲੈ ਕੇ ਜਾਈਏ। ਸਾਡੇ ਆਗੂਆਂ ਨੂੰ ਬੇਨਤੀ ਆ, ਤੁਸੀਂ ਬੜੀ ਇਮਾਨਦਾਰੀ ਨਾਲ ਤੇ ਬੜੀ ਸਿੰਸੈਰਿਟੀ ਨਾਲ ਸੰਘਰਸ਼ ਲੜਿਆ, ਪਰ ਕਈ ਗੱਲਾਂ 'ਚ ਤੁਸੀਂ ਵੀ ਇਹ ਗੱਲਾਂ ਬੁੱਝ ਨਹੀਂ ਪਾਏ। ਸਰਕਾਰ ਨੇ ਵਾਕਈ ਸਾਡੇ ਅੰਦਰ ਬੰਦੇ ਛੱਡ ਰੱਖੇ ਆ, ਪਰ ਸਾਨੂੰ ਆਪਸ 'ਚ ਲੜਾ ਕੇ, ਸਾਨੂੰ ਆਪਸ 'ਚ ਪਲਾਂਟਡ ਬੰਦੇ ਕਹਿ ਕੇ, ਜੋ ਅਸਲ ਪਲਾਂਟਡ ਬੰਦੇ ਆ ਉਹਨਾਂ ਤੇ ਸਾਡਾ ਫੋਕਸ ਹੀ ਨਹੀਂ ਜਾਣ ਦਿੰਦੇ। ਤੇ ਸਾਡੇ ਫੋਕਸ ਪੁਆਇੰਟ ਨੂੰ ਵੀ ਇਹ ਇੱਕ ਸਾਡੇ ਫੋਕਸ ਪੁਆਇੰਟ ਨੂੰ ਪੂਰਾ ਡਿਸੋਲਵ ਕਰੀ ਰੱਖਦੇ ਆ। ਸੋ ਮੇਰੀ ਬੇਨਤੀ ਆ, ਇਹਨਾਂ ਗੱਲਾਂ ਨੂੰ ਵਿਚਾਰਿਓ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ